ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਦੇਸ਼ ਦੇ ਵਿੱਚ ਗਏ, ਉਸ ਸਮੇਂ ਉਸ ਦੇਸ਼ ਦਾ ਰਾਜਾ ਸ਼ਿਵਨਾਭ ਸੀ। ਰਾਜਾ ਸ਼ਿਵਨਾਭ ਦੇ ਅੰਦਰ ਰੂਹਾਨੀਅਤ ਦੀ ਤੜਪ ਪੈਦਾ ਹੋਈ ਤਾਂ ਉਹ ਪੂਰੇ ਗੁਰੂ ਦੀ ਤਲਾਸ਼ ਕਰਨ ਲੱਗਾ, ਜੋ ਉਸ ਦਾ ਮਾਰਗਦਰਸ਼ਨ ਕਰ ਸਕੇ, ਉਸ ਨੂੰ ਸਹੀ ਰਾਸਤਾ ਦਿਖਾ ਸਕੇ। ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਦੇ ਬਾਰੇ ਉਸ ਨੇ ਬਹੁਤ ਸੁਣਿਆ ਸੀ ਕਿ ਕਲਯੁਗ ਦੇ ਵਿੱਚ ਇੱਕ ਗੁਰੂ ਹੈ, ਜਿਸ ਦਾ ਨਾਂ ਨਾਨਕ ਹੈ, ਜੋ ਆਪਣੇ ਰਸਤੇ ਤੋਂ ਭਟਕੇ ਹੋਏ ਜੀਵਾਂ ਨੂੰ ਰਸਤਾ ਦਿਖਾਉਂਦੇ ਹਨ ਅਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਹਨ ਤੇ ਉਹ ਖੁਦ ਪਰਮਾਤਮਾ ਦਾ ਹੀ ਰੂਪ ਹਨ। ਜਦੋਂ ਉਸ ਰਾਜੇ ਨੇ ਗੁਰੂ ਜੀ ਦੇ ਬਾਰੇ ਸੁਣਿਆ ਤਾਂ ਉਸ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਚਾਹਤ ਪੈਦਾ ਹੋਈ ਤੇ ਗੁਰੂ ਜੀ ਦੀ ਸ਼ਰਨ ਵਿੱਚ ਜਾਣੇ ਦੀ ਇੱਛਾ ਹੋਈ। ਮੇਰਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋ ਜਾਵੇ ਤਾਂ ਕਿ ਮੇਰਾ ਵੀ ਜੀਵਨ ਸਫਲ ਹੋ ਜਾਵੇ। ਜਦੋਂ ਉਸ ਰਾਜ ਦੇ ਫਕੀਰਾਂ ਨੂੰ ਇਹ ਗੱਲ ਪਤਾ ਲੱਗੀ ਕਿ ਰਾਜਾ ਇੱਕ ਪੂਰੇ ਗੁਰੂ ਦੀ ਤਲਾਸ਼ ਵਿੱਚ ਹੈ, ਉਹਨਾਂ ਫਕੀਰਾਂ ਨੇ ਆਪਣੇ ਆਪ ਨੂੰ ਇੱਕ ਪੂਰਾ ਗੁਰੂ ਸਾਬਤ ਕਰਨ ਦੇ ਲਈ ਬਹੁਤ ਪ੍ਰਯਾਸ ਕੀਤੇ, ਲੇਕਿਨ ਰਾਜੇ ਦੀ ਪਰਖ ਦੇ ਕਾਰਨ ਉਸ ਦੀ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੋ ਸਕੇ। ਕੁਝ ਫਕੀਰਾਂ ਨੇ ਦੇਖਿਆ ਕਿ ਇਸ ਸਮੇਂ ਸਤਿਗੁਰੂ ਨਾਨਕ ਦੀ ਬਹੁਤ ਪ੍ਰਸਿੱਧੀ ਹੈ, ਫਿਰ ਉਹਨਾਂ ਨੇ ਆਪਣਾ ਨਾਂ ਨਾਨਕ ਰੱਖ ਕੇ ਨਗਰ ਦੇ ਵਿੱਚ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕ ਸੰਪੂਰਨ ਸੰਤ ਹੈ। ਜਦੋਂ ਫਕੀਰਾਂ ਨੇ ਆਪਣਾ ਨਾਂ ਨਾਨਕ ਰੱਖ ਲਿਆ ਤੇ ਫਿਰ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਹੋਏ ਤੇ ਖੁਦ ਨੂੰ ਨਾਨਕ ਅਖਵਾਇਆ। ਫਿਰ ਰਾਜੇ ਨੇ ਉਹਨਾਂ ਦੀ ਪ੍ਰੀਖਿਆ ਲਈ, ਲੇਕਿਨ ਉਹ ਵੀ ਰਾਜੇ ਦੀ ਪ੍ਰੀਖਿਆ ਦੇ ਵਿੱਚ ਖਰੇ ਨਹੀਂ ਉਤਰੇ। ਜਦੋਂ ਵੀ ਉਹ ਆਪਣੇ ਆਪ ਨੂੰ ਪੂਰਨ ਸੰਤ ਹੋਣੇ ਦਾ ਦਾਅਵਾ ਕਰਦੇ ਤਾਂ ਰਾਜਾ ਉਹਨਾਂ ਦੀ ਪਰਖ ਕਰਨ ਦੇ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਸੀ। ਕਦੇ ਉਹਨਾਂ ਦੇ ਲਈ ਧਨ ਦੌਲਤ ਭੇਜਦਾ ਤੇ ਕਦੇ ਉਹਨਾਂ ਦਾ ਧਿਆਨ ਖਿੱਚਣ ਦੇ ਲਈ ਉਹਨਾਂ ਦੇ ਕੋਲ ਸੁੰਦਰ ਇਸਤਰੀਆਂ ਭੇਜ ਦਿੰਦਾ ਸੀ, ਤਾਂ ਕਿ ਉਹਨਾਂ ਦੀ ਪਰਖ ਕੀਤੀ ਜਾ ਸਕੇ ਕਿ ਉਹ ਇੱਕ ਪੂਰਨ ਸੰਤ ਮਹਾਤਮਾ ਹੈ ਜਾਂ ਨਹੀਂ। ਉਸ ਰਾਜੇ ਨੇ ਆਪਣੇ ਉਸ ਨਗਰ ਦੇ ਵਿੱਚ ਸੁੰਦਰ ਔਰਤਾਂ ਇਸੇ ਕੰਮ ਦੇ ਲਈ ਰੱਖੀਆਂ ਹੋਈਆਂ ਸਨ, ਤਾਂ ਕਿ ਉਹਨਾਂ ਦੀ ਮਦਦ ਦੇ ਨਾਲ ਇੱਕ ਸੰਪੂਰਨ ਗੁਰੂ ਦੀ ਪਹਿਚਾਣ ਕਰ ਸਕੇ। ਜਿਹੜਾ ਵੀ ਮਹਾਤਮਾ ਹੋਣ ਦਾ ਦਾਅਵਾ ਕਰਦਾ ਸੀ ਤੇ ਰਾਜਾ ਆਪਣੀਆਂ ਉਹ ਸੁੰਦਰ ਇਸਤਰੀਆਂ ਉਹਨਾਂ ਦੇ ਕੋਲ ਭੇਜ ਦਿੰਦਾ ਸੀ। ਫਿਰ ਉਹ ਔਰਤਾਂ ਉਹਨਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੀਆਂ ਸੀ। ਉਹ ਔਰਤਾਂ ਆਪਣੀਆਂ ਅੱਖਾਂ ਅਤੇ ਅਦਾਵਾਂ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਭੋਗ ਵਿਲਾਸ ਕਰਨ ਦੇ ਲਈ ਮਜਬੂਰ ਕਰ ਦਿੰਦੀਆਂ ਸਨ। ਉਹਨਾਂ ਦੀ ਖੂਬਸੂਰਤੀ ਇਸ ਤਰ੍ਹਾਂ ਦੀ ਸੀ ਕਿ ਦੇਵੀ ਦੇਵਤੇ ਵੀ ਉਹਨਾਂ ਨੂੰ ਦੇਖਣ ਦੇ ਲਈ ਪ੍ਰਿਥਵੀ ਤੇ ਆ ਜਾਂਦੇ ਸੀ। ਰਾਜੇ ਨੇ ਆਪਣੇ ਨਗਰ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਕਿ ਜਿਸ ਦੇ ਨਾਲ ਉਸ ਨੂੰ ਪਤਾ ਲੱਗ ਜਾਂਦਾ ਸੀ ਕਿ ਕੌਣ ਪੂਰਨ ਸੰਤ ਹੈ ਤੇ ਕੌਣ ਅਧੂਰਾ ਸੰਤ ਹੈ, ਕਿਉਂਕਿ ਜਦੋਂ ਦਾ ਰਾਜੇ ਨੇ ਗੁਰੂ ਧਾਰਨ ਕਰਨ ਬਾਰੇ ਸੋਚਿਆ ਸੀ, ਬਹੁਤ ਸਾਰੇ ਫਕੀਰ ਰਾਜੇ ਦੇ ਕੋਲ ਆਉਣ ਲੱਗੇ ਸੀ ਤੇ ਇਸ ਦੇ ਕਾਰਨ ਰਾਜਾ ਉਹਨਾਂ ਦੀ ਪਰਖ ਕਰਨ ਲੱਗ ਜਾਂਦਾ ਸੀ। ਫਿਰ ਜਦੋਂ ਉਸ ਰਾਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਦੇ ਬਾਰੇ ਪਤਾ ਲੱਗਿਆ, ਉਸ ਨੇ
ਗੁਰੂ ਜੀ ਦੀ ਮਹਿਮਾ ਸੁਣੀ ਤਾਂ ਇੱਕ ਦਿਨ ਰਾਜ ਮਹਿਲ ਵਿੱਚ ਬੈਠੇ ਬੈਠੇ ਰਾਜੇ ਨੂੰ ਗੁਰੂ ਜੀ ਦੀ ਯਾਦ ਦੇ ਵਿੱਚ ਹੰਝੂ ਆ ਗਏ। ਜਦੋਂ ਇਸ ਗੱਲ ਦੀ ਖਬਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੋਈ ਕਿ ਕੋਈ ਗੁਰੂ ਦਾ ਪਿਆਰਾ ਮੈਨੂੰ ਯਾਦ ਕਰ ਰਿਹਾ ਹੈ, ਫਿਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਤੇ ਭਾਈ ਬਾਲੇ ਜੀ ਨੂੰ ਕਹਿਣ ਲੱਗੇ, ਚਲੋ ਜਾਣੇ ਦੀ ਤਿਆਰੀ ਕਰਦੇ ਹਾਂ, ਕੋਈ ਸਾਨੂੰ ਯਾਦ ਕਰ ਰਿਹਾ ਹੈ। ਗੁਰੂ ਪਿਆਰਿਓ, ਉਸ ਸਮੇਂ ਜਿਹੜਾ ਵੀ ਸੱਚੇ ਦਿਲ ਦੇ ਨਾਲ ਗੁਰੂ ਜੀ ਨੂੰ ਯਾਦ ਕਰਦਾ ਸੀ ਤੇ ਗੁਰੂ ਜੀ ਉਸ ਨੂੰ ਤੁਰੰਤ ਦਰਸ਼ਨ ਦੇਣੇ ਦੇ ਲਈ ਚਲੇ ਜਾਂਦੇ ਸੀ। ਅੱਜ ਵੀ ਕੋਈ ਸੱਚੇ ਮਨ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੇ ਤਾਂ ਗੁਰੂ ਜੀ ਆਪਣੇ ਉਸ ਸੇਵਕ ਨੂੰ ਦਰਸ਼ਨ ਦੇਣ ਜ਼ਰੂਰ ਜਾਂਦੇ ਹਨ। ਉਸ ਦਾ ਮਾਰਗਦਰਸ਼ਨ ਕਰਨੇ ਦੇ ਲਈ ਗੁਰੂ ਜੀ ਹਾਜ਼ਰ ਹੋ ਜਾਂਦੇ ਹਨ। ਗੁਰੂ ਪਿਆਰਿਓ, ਜਦੋਂ ਰਾਜੇ ਨੇ ਗੁਰੂ ਜੀ ਨੂੰ ਯਾਦ ਕੀਤਾ ਤਾਂ ਗੁਰੂ ਜੀ ਤੁਰੰਤ ਭਾਈ ਮਰਦਾਨਾ ਤੇ ਭਾਈ ਬਾਲੇ ਜੀ ਦੇ ਨਾਲ ਸੰਗਲਾ ਦੀਪ ਦੇਸ਼ ਦੇ ਵਿੱਚ ਪਹੁੰਚ ਗਏ। ਉੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਬਗੀਚੇ ਦੇ ਵਿੱਚ ਬੈਠ ਗਏ, ਜਿਹੜਾ ਕਿ ਸੁੱਕਿਆ ਹੋਇਆ ਸੀ ਤੇ ਉਸ ਬਗੀਚੇ ਦੇ ਫੁੱਲ ਵੀ ਮੁਰਝਾਏ ਹੋਏ ਸਨ। ਜਦੋਂ ਗੁਰੂ ਜੀ ਭਾਈ ਮਰਦਾਨਾ ਤੇ ਭਾਈ ਬਾਲੇ ਜੀ ਨੂੰ ਨਾਲ ਲੈ ਕੇ ਪਰਮਾਤਮਾ ਦੀ ਯਾਦ ਦੇ ਵਿੱਚ ਬੈਠ ਗਏ ਤੇ ਉਸ ਦਾ ਕੀਰਤਨ ਕਰਨ ਲੱਗੇ ਤਾਂ ਉਹ ਬਗੀਚਾ ਹਰਿਆ ਭਰਿਆ ਹੋ ਗਿਆ ਤੇ ਉਸ ਬਗੀਚੇ ਦੇ ਮੁਰਝਾਏ ਹੋਏ ਫੁੱਲ ਵੀ ਖਿਲ ਗਏ। ਇਹ ਅਨੋਖਾ ਚਮਤਕਾਰ ਦੇਖ ਕੇ ਉਹ ਨਗਰ ਵਾਲੇ ਹੈਰਾਨ ਹੋ ਗਏ। ਉਹਨਾਂ ਨੇ ਉਸ ਬਗੀਚੇ ਦੇ ਮਾਲਕ ਨੂੰ ਖਬਰ ਕੀਤੀ ਕਿ ਜਿਸ ਬਗੀਚੇ ਦੀ ਤੂੰ ਦੇਖਭਾਲ ਕਰਦਾ ਹੈ, ਉਸ ਬਗੀਚੇ ਵਿੱਚ ਕੋਈ ਸੰਤ ਆ ਕੇ ਬੈਠੇ ਹਨ। ਜਿਸ ਵੇਲੇ ਉਹ ਬਗੀਚੇ ਵਿੱਚ ਬੈਠੇ ਤਾਂ ਬਗੀਚਾ ਹਰਾ ਭਰਾ ਹੋ ਗਿਆ। ਨਗਰ ਵਾਲਿਆਂ ਦੀ ਇਹ ਗੱਲ ਸੁਣ ਕੇ ਉਹ ਬਗੀਚੇ ਦਾ ਮਾਲਕ ਦੌੜ ਕੇ ਬਗੀਚੇ ਵਿੱਚ ਆਇਆ ਤੇ ਆ ਕੇ ਦੇਖਿਆ ਤਾਂ ਬਗੀਚਾ ਹਰਾ ਭਰਿਆ ਹੋ ਗਿਆ ਸੀ। ਗੁਰੂ ਜੀ ਦੀ ਅਪਾਰ ਕਿਰਪਾ ਦੇਖ ਕੇ ਉਹ ਰਾਜੇ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਹੈ, ਇਹ ਮਹਾਰਾਜ ਜੀ, ਸਾਡੇ ਨਗਰ ਦੇ ਵਿੱਚ ਇੱਕ ਪੂਰਨ ਸੰਤ ਆਏ ਹੋਏ ਹਨ, ਕਿਰਪਾ ਕਰਕੇ ਤੁਸੀਂ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਜੀ। ਫਿਰ ਰਾਜਾ ਆਪਣੇ ਮੰਤਰੀ ਨੂੰ ਗੁਰੂ ਜੀ ਦੀ ਪਰਖ ਕਰਨੇ ਦੇ ਲਈ ਭੇਜ ਦਿੰਦਾ ਹੈ। ਮੰਤਰੀ ਰਾਜੇ ਦੇ ਹੁਕਮ ਅਨੁਸਾਰ ਗੁਰੂ ਜੀ ਦੇ ਕੋਲ ਬਹੁਤ ਸਾਰੇ ਉਪਹਾਰ ਲੈ ਕੇ ਜਾਂਦਾ ਹੈ। ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਕੱਪੜੇ ਲੈ ਕੇ ਗਿਆ। ਗੁਰੂ ਜੀ ਨੇ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਿਹਾ, ਇਹ ਜੋ ਰਸ-ਕਸ ਸਵਾਦ ਬਿਰਥਾ ਸਮਝੋ, ਨਾਮ ਰਸ ਨੂੰ ਹੀ ਉੱਤਮ ਰਸ ਮੰਨੋ। ਜਿਹੜਾ ਸੰਸਾਰ ਦੇ ਰਸਾਂ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ, ਉਹ ਬੇਕਾਰ ਗ੍ਰਸਤ ਹੋ ਜਾਂਦੇ ਹਨ। ਕਾਇਆ ਆਦਿ ਕੱਪੜੇ ਇਹ ਸਭ ਝੂਠ ਹੈ। ਇਹਨਾਂ ਨੂੰ ਦੇਖ ਕੇ ਮੂਰਖ ਕਰਤਾਰ ਨੂੰ ਭੁੱਲ ਜਾਂਦਾ ਹੈ। ਸਾਡੇ ਇਹ ਕਿਸੇ ਕੰਮ ਦੇ ਨਹੀਂ ਹੈ। ਤੁਸੀਂ ਇਸ ਨੂੰ ਵਾਪਸ ਲਿਜਾ ਕੇ ਆਪਣੇ ਰਾਜੇ ਨੂੰ ਦੇ ਦਿਓ। ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਮੰਤਰੀ ਰਾਜੇ ਦੇ ਕੋਲ ਜਾਂਦਾ ਹੈ। ਮੰਤਰੀ ਨੇ ਸਾਰੀ ਗੱਲ ਜਾ ਕੇ ਰਾਜੇ ਨੂੰ ਦੱਸੀ ਤੇ ਕਿਹਾ, ਇਹ ਮਹਾਰਾਜ ਜੀ, ਜਿਸ ਦੇ ਕੋਲ ਤੁਸੀਂ ਮੈਨੂੰ ਭੇਜਿਆ ਸੀ, ਉਸ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ। ਤੁਸੀਂ ਮੇਰੀ ਗੱਲ ਮੰਨੋ, ਇਹੀ ਪੂਰਨ ਸਮਰੱਥ ਸੰਤ ਹਨ, ਜਿਹੜਾ ਤੁਹਾਡਾ ਮਾਰਗਦਰਸ਼ਨ ਕਰ ਸਕਦੇ ਹਨ। ਲੇਕਿਨ ਰਾਜੇ ਨੇ ਮੰਤਰੀ ਦੀ ਗੱਲ ਨਹੀਂ ਮੰਨੀ। ਰਾਜੇ ਨੇ ਗੁਰੂ ਜੀ ਦੀ ਹੋਰ ਪਰਖ ਕਰਨੇ ਦੇ ਲਈ ਹੋਰ ਵਿਚਾਰ ਬਣਾਇਆ। ਰਾਜੇ ਨੇ ਸੋਚਿਆ ਕਿ ਕਿਉਂ ਨਾ ਮੈਂ ਸੁੰਦਰ ਸੁੰਦਰ ਇਸਤਰੀਆਂ ਉਸ ਦੇ ਕੋਲ ਭੇਜਾਂ ਤਾਂ
ਜੋ ਉਸ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ, ਜਿਸ ਦੇ ਨਾਲ ਮੈਨੂੰ ਇਹ ਪਤਾ ਚੱਲ ਸਕੇ ਕਿ ਉਹ ਇੱਕ ਪੂਰਨ ਗੁਰੂ ਹੈ ਵੀ ਜਾਂ ਨਹੀਂ। ਫਿਰ ਰਾਜੇ ਨੇ ਸੁੰਦਰ ਇਸਤਰੀਆਂ ਗੁਰੂ ਜੀ ਦੇ ਕੋਲ ਭੇਜੀਆਂ ਤਾਂ ਕਿ ਗੁਰੂ ਜੀ ਦਾ ਧਿਆਨ ਭਟਕ ਸਕੇ। ਗੁਰੂ ਪਿਆਰਿਓ, ਜਿਸ ਨੂੰ ਨਾਮ ਦੀ ਖੁਮਾਰੀ ਚੜ੍ਹੀ ਹੋਵੇ, ਰੋਮ ਰੋਮ ਵਿੱਚ ਪਰਮਾਤਮਾ ਵਸਿਆ ਹੋਵੇ, ਉਸ ਨੂੰ ਕੋਈ ਕਿਸ ਤਰ੍ਹਾਂ ਭਟਕਾ ਸਕਦਾ ਹੈ। ਜਦੋਂ ਉਹ ਸੁੰਦਰ ਇਸਤਰੀਆਂ ਗੁਰੂ ਜੀ ਦੇ ਆਲੇ ਦੁਆਲੇ ਘੁੰਮਣ ਲੱਗੀਆਂ ਤੇ ਤਰ੍ਹਾਂ ਤਰ੍ਹਾਂ ਦੇ ਨਾਚ ਨੱਚ ਕੇ ਦਿਖਾਉਣ ਲੱਗੀਆਂ ਤਾਂ ਗੁਰੂ ਜੀ ਨੇ ਬਿਲਕੁਲ ਵੀ ਨਹੀਂ ਉਹਨਾਂ ਦੇ ਵੱਲ ਧਿਆਨ ਦਿੱਤਾ। ਗੁਰੂ ਜੀ ਕਰਤਾਰ ਦੇ ਨਾਮ ਦੇ ਵਿੱਚ ਮਸਤ ਬੈਠੇ ਰਹੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਫਿਰ ਉਹ ਇਸਤਰੀਆਂ ਰਾਜੇ ਨੂੰ ਜਾ ਕੇ ਦੱਸਦੀਆਂ ਹਨ ਕਿ ਤੁਸੀਂ ਸਾਨੂੰ ਜੋ ਹੁਕਮ ਦਿੱਤਾ ਸੀ ਅਸੀਂ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ, ਲੇਕਿਨ ਉਹ ਜੋ ਸੰਤ ਹੈ ਉਹ ਦੂਸਰਿਆਂ ਦੇ ਨਾਲੋਂ ਬਿਲਕੁਲ ਅਲੱਗ ਹਨ। ਹੁਣ ਤੱਕ ਅਸੀਂ ਜਿਨ੍ਹਾਂ ਦੀ ਵੀ ਪਰਖ ਕੀਤੀ ਹੈ ਇਹ ਉਹਨਾਂ ਦੇ ਨਾਲੋਂ ਅਲੱਗ ਹੈ, ਕਿਉਂਕਿ ਉਹਨਾਂ ਨੇ ਬਿਲਕੁਲ ਵੀ ਸਾਡੇ ਵੱਲ ਧਿਆਨ ਨਹੀਂ ਦਿੱਤਾ ਤੇ ਉਹ ਆਪਣੀ ਮੌਜ ਦੇ ਵਿੱਚ ਬੈਠੇ ਰਹੇ। ਜਦੋਂ ਰਾਜੇ ਨੇ ਉਹ ਸੁੰਦਰ ਇਸਤਰੀਆਂ ਦੇ ਇਹ ਬਚਨ ਸੁਣੇ ਤਾਂ ਉਸ ਦੇ ਅੰਦਰ ਗੁਰੂ ਜੀ ਦੇ ਪ੍ਰਤੀ ਹੋਰ ਵਿਸ਼ਵਾਸ ਵੱਧ ਜਾਂਦਾ ਹੈ, ਲੇਕਿਨ ਉਸ ਦੇ ਮਨ ਨੂੰ ਫਿਰ ਵੀ ਵਿਸ਼ਵਾਸ ਨਹੀਂ ਹੁੰਦਾ। ਉਹ ਗੁਰੂ ਜੀ ਦੀ ਇੱਕ ਹੋਰ ਪਰਖ ਕਰਨੇ ਨੂੰ ਕਹਿੰਦਾ ਹੈ। ਫਿਰ ਰਾਜਾ ਸ਼ਿਵਨਾਗ ਆਪਣੇ ਰਾਜ ਦੀ ਸਭ ਤੋਂ ਸੁੰਦਰ ਔਰਤ ਰਾਤ ਨੂੰ ਗੁਰੂ ਜੀ ਦੇ ਕੋਲ ਭੇਜਦਾ ਹੈ ਤਾਂ ਕਿ ਗੁਰੂ ਜੀ ਦੀ ਆਖਰੀ ਪਰਖ ਕੀਤੀ ਜਾ ਸਕੇ। ਜਦੋਂ ਉਹ ਸੁੰਦਰ ਔਰਤ ਰਾਤ ਦੇ ਸਮੇਂ ਗੁਰੂ ਜੀ ਦੇ ਕੋਲ ਜਾਂਦੀ ਹੈ ਤੇ ਗੁਰੂ ਜੀ ਨੂੰ ਕਹਿੰਦੀ ਹੈ, ਇਹ ਸੰਤ ਜੀ, ਮੈਂ ਤੁਹਾਡੇ ਦਰਸ਼ਨ ਕਰਨ ਆਈ ਹਾਂ, ਤੁਸੀਂ ਸ਼ੰਕਾ ਨੂੰ ਛੱਡੋ ਤੇ ਮੇਰੀ ਤਰਫ ਦੇਖੋ। ਇਸਤਰੀਆਂ ਵਿੱਚੋਂ ਜਿਹੜੀ ਪਦਮਨੀ ਜਾਤੀ ਹੁੰਦੀ ਹੈ ਉਹ ਮੇਰੇ ਵਿੱਚ ਪੂਰਨ ਰੂਪ ਦੇ ਵਿੱਚ ਮੌਜੂਦ ਹੈ। ਮੇਰਾ ਸੁੰਦਰ ਸਵਰੂਪ ਅਨੁਪਮ ਤੇ ਅਲੌਕਿਕ ਹੈ। ਇਸ ਦੇ ਨਾਲ ਤੁਸੀਂ ਮਨ ਚਾਹ ਕਲੋਲ ਕਰੋ ਜੀ। ਮਾਰਗ ਵਿਸ਼ਾਲ ਕਰਕੇ ਮੇਰੀ ਸ਼ਰਧਾ ਪੂਰੀ ਕਰਕੇ ਮੈਨੂੰ ਨਿਹਾਲ ਕਰ ਦਿਓ। ਗੁਰੂ ਪਿਆਰਿਓ, ਜਦੋਂ ਉਸ ਔਰਤ ਨੇ ਗੁਰੂ ਜੀ ਦੇ ਨਾਲ ਇਸ ਤਰ੍ਹਾਂ ਦੇ ਬਚਨ ਕੀਤੇ ਤਾਂ ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ, ਤੁਸੀਂ ਸਤਨਾਮ ਦਾ ਸਿਮਰਨ ਕਰੋ, ਉਸ ਦੇ ਨਾਲ ਆਪ ਨੂੰ ਭਾਰੀ ਸੁੱਖ ਪ੍ਰਾਪਤ ਹੋਵੇਗਾ। ਇਹ ਜੋ ਮਨੁੱਖ ਜਨਮ ਤੈਨੂੰ ਮਿਲਿਆ ਹੈ ਇਸ ਨੂੰ ਸਫਲ ਕਰੋ। ਵਿਸ਼ੇ ਵਿਕਾਰਾਂ ਵਿੱਚ ਪੈ ਕੇ ਆਪਣਾ ਜੀਵਨ ਵਿਅਰਥ ਨਾ ਗਵਾਓ। ਹਰੀ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕਰੋ। ਲੇਕਿਨ ਉਸ ਪਦਮਨੀ ਨੇ ਗੁਰੂ ਜੀ ਦੀਆਂ ਗੱਲਾਂ ਤੇ ਵਿਚਾਰ ਨਹੀਂ ਕੀਤਾ। ਫਿਰ ਉਹ ਔਰਤ ਗੁਰੂ ਜੀ ਨੂੰ ਕਹਿਣ ਲੱਗੀ, ਤੁਸੀਂ ਪੂਰਨ ਸਮਰੱਥ ਹੋ, ਮੇਰੀ ਕਾਮਨਾ ਪੂਰੀ ਕਰੋ ਜੀ। ਫਿਰ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ, ਇਹ ਮੇਰੀ ਬੇਟੀ, ਇਹ ਦੇਹ ਤਾਂ ਮਿੱਟੀ ਦਾ ਬਣਿਆ ਹੋਇਆ ਫੁੱਲ ਹੈ। ਸੁੰਦਰਤਾ ਪਾਪ ਕਰਮਾਂ ਦੇ ਵੱਲ ਨੂੰ ਲੈ ਜਾਂਦੀ ਹੈ। ਤੂੰ ਸਤਨਾਮ ਦਾ ਜਾਪ ਕਰ, ਉਸ ਦੀ ਸੇਵਾ ਕਰ ਤੇ ਨਾਮ ਦੀ ਮਹਿਮਾ ਨੂੰ ਜਾਣ, ਕਿਉਂਕਿ ਉਸ ਦੇ ਬਿਨਾਂ ਜੀਵਨ ਵਿਅਰਥ ਹੈ। ਇਸ ਸੰਸਾਰ ਦੇ ਸਾਰੇ ਰਸ ਉਸ ਦੇ ਅੱਗੇ ਫਿੱਕੇ ਹੋ ਜਾਂਦੇ ਹਨ। ਨਾਮ ਦਾ ਰਸ ਹੀ ਸੱਚਾ ਰਸ ਹੈ। ਤੂੰ ਇੱਥੋਂ ਚਲੀ ਜਾ ਕੇ ਨਾਮ ਦੀ ਕਮਾਈ ਵਿੱਚ ਲੱਗ ਜਾ, ਆਪਣੇ ਜੀਵਨ ਨੂੰ ਸਫਲ ਕਰ। ਫਿਰ ਤੇਰੇ ਅੰਦਰ ਇਹ ਕਾਮ ਰੂਪ ਦੀ ਅੱਗ ਮਿਟ ਜਾਊਗੀ ਤੇ ਤੇਰਾ ਜੀਵਨ ਵੀ ਸਫਲ ਹੋ ਜਾਵੇਗਾ। ਗੁਰੂ ਪਿਆਰਿਓ, ਗੁਰੂ ਜੀ ਦੇ ਇਸ ਬਚਨ ਦਾ ਉਸ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਪਿਆ। ਫਿਰ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਈ ਤੇ ਰੋਣ ਲੱਗ ਪਈ। ਉਸ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਵੰਦਨਾ ਕੀਤੀ ਤੇ ਉੱਥੋਂ ਚਲੀ ਗਈ। ਫਿਰ ਜਦੋਂ ਸਵੇਰ ਹੋਈ ਤਾਂ ਰਾਜੇ ਨੇ ਉਸ ਸੁੰਦਰ ਔਰਤ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ,
ਤੂੰ ਦੱਸ ਕਿ ਰਾਤ ਦੇ ਸਮੇਂ ਗੁਰੂ ਜੀ ਨੂੰ ਕੀ ਪਹਿਚਾਣਿਆ। ਗੁਰੂ ਪਿਆਰਿਓ, ਫਿਰ ਉਸ ਔਰਤ ਨੇ ਰਾਜੇ ਨੂੰ ਦੱਸਿਆ ਕਿ ਹੁਣ ਤੱਕ ਜਿਹੜੇ ਵੀ ਫਕੀਰ ਮੈਨੂੰ ਦੇਖਦੇ ਸੀ ਉਹ ਜਪ ਤਪ ਕਰਨਾ ਭੁੱਲ ਜਾਂਦੇ ਸੀ, ਉਹ ਮੇਰੀ ਤਰਫ ਆਕਰਸ਼ਿਤ ਹੋ ਕੇ ਭਟਕ ਜਾਂਦੇ ਸੀ। ਲੇਕਿਨ ਇਹ ਜੋ ਸੰਤ ਹਨ ਉਹਨਾਂ ਸਾਰਿਆਂ ਤੋਂ ਅਲੱਗ ਹਨ। ਇਹਨਾਂ ਦੀ ਮਹਿਮਾ ਬਹੁਤ ਉੱਚੀ ਹੈ। ਉਹਨਾਂ ਨੇ ਮੇਰਾ ਜੀਵਨ ਵੀ ਸਫਲ ਕਰ ਦਿੱਤਾ ਹੈ, ਮੇਰੇ ਉੱਪਰ ਵੀ ਨਾਮ ਦਾ ਰੰਗ ਚੜਾ ਦਿੱਤਾ ਹੈ। ਹੇ ਰਾਜਾ, ਤੂੰ ਦੇਰ ਨਾ ਕਰ, ਜਲਦੀ ਜਾ, ਉਹਨਾਂ ਦੀ ਸ਼ਰਨ ਗ੍ਰਹਿਣ ਕਰ ਲਾ। ਸਾਧ ਸੰਗਤ ਜੀ ਉਸ ਦੀਆਂ ਗੱਲਾਂ ਸੁਣ ਕੇ ਉਹ ਰਾਜਾ ਦੌੜ ਕੇ ਗੁਰੂ ਜੀ ਦੇ ਕੋਲ ਗਿਆ ਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਗਿਆ ਤੇ ਵੰਦਨਾ ਕੀਤੀ ਤੇ ਗੁਰੂ ਜੀ ਨੂੰ ਪ੍ਰਣਾਮ ਕੀਤਾ। ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਰਾਜਾ ਸ਼ਿਵ ਨਾਮ ਦਾ ਉਧਾਰ ਕਰ ਦਿੰਦੇ ਹਨ। ਉਸ ਦਾ ਮਾਰਗਦਰਸ਼ਨ ਕਰਕੇ ਉਸ ਦਾ ਮਨੁੱਖ ਜਨਮ ਸਫਲ ਕਰ ਦਿੰਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਜੀ।